ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। 76ਵੀਂ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਤੇ ਦੇਸ਼ ਵਿਦੇਸ਼ 'ਚ ਰਹਿਣ ਵਾਲੇ ਸਾਰੇ ਭਾਰਤੀਆਂ ਨੂੰ ਮੈਂ ਹਾਰਦਿਕ ਵਧਾਈ ਦਿੰਦੀ ਹਾਂ। ਇਸ ਗੌਰਵਪੂਰਨ ਮੌਕੇ ਤੇ ਆਪ ਸਭ ਨੂੰ ਸੰਬੋਧਨ ਕਰਦਿਆਂ ਹੋਇਆਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਇੱਕ ਆਜ਼ਾਦ ਦੇਸ਼ ਦੇ ਰੂਪ ਵਿੱਚ ਭਾਰਤ 75 ਵਰ੍ਹੇ ਪੂਰੇ ਕਰ ਰਿਹਾ ਹੈ। 14 ਅਗਸਤ ਦੇ ਦਿਨ ਨੂੰ ਵੰਡ ਦੇ ਦਰਦ ਦੇ ਯਾਦਗਾਰੀ ਦਿਹਾੜੇ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਇਸ ਯਾਦਗਾਰੀ ਦਿਹਾੜੇ ਨੂੰ ਮਨਾਉਣ ਦਾ ਮਕਸਦ ਸਮਾਜਿਕ ਸਦਭਾਵਨਾ, ਮਨੁੱਖੀ ਸਸ਼ਕਤੀਕਰਨ ਅਤੇ ਏਕਤਾ ਨੂੰ ਉਤਸ਼ਾਹਿਤ ਕਰਨਾ ਹੈ। 15 ਅਗਸਤ 1947 ਦੇ ਦਿਨ ਅਸੀਂ ਬਸਤੀਵਾਦੀ ਸ਼ਾਸਨ ਦੀਆਂ ਬੇੜੀਆਂ ਨੂੰ ਕੱਟ ਦਿੱਤਾ ਸੀ। ਉਸ ਦਿਨ ਅਸੀਂ ਆਪਣੀ ਤਕਦੀਰ ਨੂੰ ਨਵਾਂ ਸਵਰੂਪ ਦੇਣ ਦਾ ਫੈਸਲਾ ਲਿਆ ਸੀ। ਉਸ ਸ਼ੁਭ ਦਿਨ ਦੀ ਵਰ੍ਹੇਗੰਢ ਮਨਾਉਂਦਿਆਂ ਹੋਇਆਂ ਅਸੀਂ ਸਭ ਲੋਕ ਸਾਰੇ ਸੁਤੰਤਰਤਾ ਸੈਨਾਨੀਆਂ ਨੂੰ ਸਾਦਰ ਨਮਨ ਕਰਦੇ ਹਾਂ। ਉਹਨਾਂ ਨੇ ਆਪਣਾ ਸਭ ਕੁਝ ਵਾਰ ਦਿੱਤਾ ਤਾਂ ਕਿ ਅਸੀਂ ਸਾਰੇ ਇੱਕ ਆਜ਼ਾਦ ਭਾਰਤ ਵਿੱਚ ਸਾਹ ਲੈ ਸਕੀਏ। ਭਾਰਤ ਦੀ ਆਜ਼ਾਦੀ ਸਾਡੇ ਨਾਲ ਦੁਨੀਆ 'ਚ ਲੋਕਤੰਤਰ ਦੇ ਹਰ ਸਮਰਥਕ ਲਈ ਜਸ਼ਨ ਦਾ ਵਿਸ਼ਾ ਹੈ। ਜਦੋਂ ਭਾਰਤ ਆਜ਼ਾਦ ਹੋਇਆ ਤਾਂ ਅਨੇਕਾਂ ਅੰਤਰਰਾਸ਼ਟਰੀ ਨੇਤਾਵਾਂ ਅਤੇ ਵਿਚਾਰਕਾਂ ਨੇ ਸਾਡੀ ਲੋਕਤੰਤਰੀ ਸ਼ਾਸਨ ਪ੍ਰਣਾਲੀ ਦੀ ਸਫਲਤਾ ਦੇ ਵਿਸ਼ੇ 'ਚ ਸ਼ੰਕਾ ਜ਼ਾਹਿਰ ਕੀਤੀ ਸੀ ਤੇ ਉਹਨਾਂ ਦੀ ਇਸ ਸ਼ੰਕਾ ਦੇ ਕਈ ਕਾਰਨ ਵੀ ਸਨ। ਉਨੀ ਦਿਨੀ ਲੋਕਤੰਤਰ ਆਰਥਿਕ ਰੂਪ ਵਿੱਚ ਉੱਨਤ ਰਾਸ਼ਟਰਾਂ ਤੱਕ ਹੀ ਸੀਮਤ ਸੀ। ਵਿਦੇਸ਼ੀ ਸ਼ਾਸਕਾਂ ਨੇ ਵਰ੍ਹਿਆਂ ਤੱਕ ਭਾਰਤ ਦਾ ਸ਼ੋਸ਼ਣ ਕੀਤਾ ਸੀ। ਇਸ ਕਾਰਨ ਭਾਰਤ ਦੇ ਲੋਕ ਗਰੀਬੀ ਅਤੇ ਅਨਪੜ੍ਹਤਾ ਨਾਲ ਜੂਝ ਰਹੇ ਸਨ। ਪਰ ਭਾਰਤ ਵਾਸੀਆਂ ਨੇ ਉਹਨਾਂ ਲੋਕਾਂ ਦੇ ਸ਼ੰਕਿਆਂ ਨੂੰ ਗਲਤ ਸਾਬਿਤ ਕਰ ਦਿੱਤਾ। ਭਾਰਤ ਦੀ ਮਿੱਟੀ 'ਚ ਲੋਕਤੰਤਰ ਦੀਆਂ ਜੜ੍ਹਾਂ ਲਗਾਤਾਰ ਡੂੰਘੀਆਂ ਅਤੇ ਮਜ਼ਬੂਤ ਹੁੰਦੀਆਂ ਗਈਆਂ। ਜ਼ਿਆਦਾਤਰ ਲੋਕਤਾਂਤਰਿਕ ਦੇਸ਼ਾਂ 'ਚ ਵੋਟ ਦੇਣ ਦਾ ਅਧਿਕਾਰ ਹਾਸਲ ਕਰਨ ਦੇ ਲਈ ਮਹਿਲਾਵਾਂ ਨੂੰ ਲੰਬੇ ਸਮੇਂ ਤੱਕ ਸੰਘਰਸ਼ ਕਰਨਾ ਪਿਆ ਸੀ। ਪਰ ਸਾਡੇ ਗਣਤੰਤਰ ਦੀ ਸ਼ੁਰੂਆਤ ਤੋਂ ਹੀ ਭਾਰਤ ਨੇ ਸਰਵ ਵਿਆਪਕ ਬਾਲਗ ਵੋਟ ਦੇ ਅਧਿਕਾਰ ਨੂੰ ਅਪਣਾਇਆ। ਇਸ ਤਰ੍ਹਾਂ ਆਧੁਨਿਕ ਭਾਰਤ ਦੇ ਨਿਰਮਾਤਾਵਾਂ ਨੇ ਹਰੇਕ ਬਾਲਗ ਨਾਗਰਿਕ ਨੂੰ ਰਾਸ਼ਟਰ ਨਿਰਮਾਣ ਦੀ ਸਮੂਹਿਕ ਪ੍ਰਕਿਰਿਆ 'ਚ ਭਾਗ ਲੈਣ ਦਾ ਮੌਕਾ ਪ੍ਰਦਾਨ ਕੀਤਾ। ਭਾਰਤ ਨੂੰ ਇਹ ਮਾਣ ਪ੍ਰਾਪਤ ਹੈ ਕਿ ਉਸਨੇ ਸੰਸਾਰਿਕ ਭਾਈਚਾਰੇ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਤੋਂ ਜਾਣੂ ਕਰਵਾਇਆ। ਮੈਂ ਮੰਨਦੀ ਹਾਂ ਕਿ ਭਾਰਤ ਦੀ ਇਹ ਪ੍ਰਾਪਤੀ ਸਿਰਫ ਸੰਯੋਗ ਹੀ ਨਹੀਂ ਸੀ। ਸੱਭਿਅਤਾ ਦੇ ਆਰੰਭ ਵਿੱਚ ਹੀ ਭਾਰਤ ਭੂਮੀ ਦੇ ਸੰਤਾਂ ਅਤੇ ਮਹਾਤਮਾਵਾਂ ਨੇ ਸਾਰੇ ਪ੍ਰਾਣੀਆਂ ਦੀ ਸਮਾਨਤਾ ਅਤੇ ਏਕਤਾ 'ਤੇ ਆਧਾਰਿਤ ਜੀਵਨ ਦ੍ਰਿਸ਼ਟੀ ਵਿਕਸਿਤ ਕਰ ਲਈ ਸੀ। ਮਹਾਤਮਾ ਗਾਂਧੀ ਜਿਹੇ ਮਹਾਨਾਇਕਾਂ ਦੀ ਨੁਮਾਇੰਦਗੀ 'ਚ ਹੋਏ ਸੁਤੰਤਰਤਾ ਸੰਗਰਾਮ ਦੇ ਦੌਰਾਨ ਸਾਡੀਆਂ ਪੁਰਾਤਨ ਜੀਵਨ ਦੀਆਂ ਕਦਰਾਂ ਨੂੰ ਅਜੋਕੇ ਯੁੱਗ ਵਿੱਚ ਫਿਰ ਤੋਂ ਸਥਾਪਿਤ ਕੀਤਾ ਗਿਆ। ਇਸੇ ਕਾਰਨ ਸਾਡੇ ਲੋਕਤੰਤਰ ਵਿੱਚ ਭਾਰਤੀਅਤਾ ਦੇ ਤੱਤ ਦਿਖਾਈ ਦਿੰਦੇ ਨੇ। ਗਾਂਧੀ ਜੀ ਸੱਤਾ ਦੇ ਵਿਕੇਂਦਰੀਕਰਨ ਅਤੇ ਜਨਸਧਾਰਨ ਨੂੰ ਅਧਿਕਾਰ ਸੰਪੰਨ ਬਣਾਉਣ ਦੇ ਹਿਮਾਇਤੀ ਸਨ। ਪਿਛਲੇ 75 ਹਫ਼ਤਿਆਂ ਤੋਂ ਸਾਡੇ ਦੇਸ਼ ਵਿੱਚ ਸੁਤੰਤਰਤਾ ਸੰਗਰਾਮ ਦੇ ਮਹਾਨ ਆਦਰਸ਼ਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਾਰਚ 2021 'ਚ ਦਾਂਡੀ ਯਾਤਰਾ ਦੀ ਯਾਦ ਨੂੰ ਮੁੜ ਤੋਂ ਜੀਵੰਤ ਰੂਪ ਦੇ ਕੇ ਸ਼ੁਰੂ ਕੀਤਾ ਗਿਆ। ਉਸ ਯੁਗਾਂਤਰ ਅੰਦੋਲਨ ਨੇ ਸਾਡੇ ਸੰਘਰਸ਼ ਨੂੰ ਸੰਸਾਰ ਦੇ ਨਕਸ਼ੇ 'ਤੇ ਸਥਾਪਿਤ ਕੀਤਾ। ਉਸ ਨੂੰ ਸਨਮਾਨ ਦੇ ਕੇ ਸਾਡੇ ਇਸ ਮਹਾਉਤਸਵ ਦੀ ਸ਼ੁਰੂਆਤ ਕੀਤੀ ਗਈ। ਇਹ ਮਹਾਉਤਸਵ ਭਾਰਤ ਦੀ ਜਨਤਾ ਨੂੰ ਸਮਰਪਿਤ ਹੈ। ਦੇਸ਼ ਵਾਸੀਆਂ ਦੁਆਰਾ ਹਾਸਲ ਕੀਤੀ ਗਈ ਸਫਲਤਾ ਦੇ ਆਧਾਰ 'ਤੇ ਆਤਮ ਨਿਰਭਰ ਭਾਰਤ ਦੇ ਨਿਰਮਾਣ ਦਾ ਸੰਕਲਪ ਵੀ ਇਸ ਉਤਸਵ ਦਾ ਹਿੱਸਾ ਹੈ। ਹਰ ਉਮਰ ਦੇ ਨਾਗਰਿਕ ਪੂਰੇ ਦੇਸ਼ ਵਿੱਚ ਆਯੋਜਿਤ ਇਸ ਮਹਾਉਤਸਵ ਦੇ ਪ੍ਰੋਗਰਾਮਾਂ 'ਚ ਉਤਸ਼ਾਹਪੂਰਵਕ ਭਾਗ ਲੈ ਰਹੇ ਨੇ। ਇਹ ਸ਼ਾਨਦਾਰ ਮਹਾਉਤਸਵ ਹੁਣ ਹਰ ਘਰ ਤਿਰੰਗਾ ਮੁਹਿੰਮ ਦੇ ਨਾਲ ਅੱਗੇ ਵਧ ਰਿਹਾ ਹੈ। ਅੱਜ ਦੇਸ਼ ਦੇ ਕੋਨੇ-ਕੋਨੇ 'ਚ ਸਾਡਾ ਤਿਰੰਗਾ ਸ਼ਾਨ ਨਾਲ ਲਹਿਰਾ ਰਿਹਾ ਹੈ। ਆਜ਼ਾਦੀ ਅੰਦੋਲਨ ਦੇ ਆਦਰਸ਼ਾਂ ਦੇ ਪ੍ਰਤੀ ਇੰਨੇ ਵਿਸ਼ਾਲ ਪੱਧਰ 'ਤੇ ਲੋਕਾਂ 'ਚ ਜਾਗਰੂਕਤਾ ਨੂੰ ਵੇਖ ਕੇ ਸਾਡੇ ਸੁਤੰਤਰਤਾ ਸੈਨਾਨੀ ਜ਼ਰੂਰ ਪ੍ਰਫੁੱਲਿਤ ਹੋਏ ਹੁੰਦੇ। ਸਾਡਾ ਗੌਰਵਸ਼ਾਲੀ ਸੁਤੰਤਰਤਾ ਸੰਗਰਾਮ ਇਸ ਵਿਸ਼ਾਲ ਭਾਰਤ ਭੂਮੀ 'ਚ ਬਹਾਦਰੀ ਨਾਲ ਸੰਚਾਲਿਤ ਹੁੰਦਾ ਰਿਹਾ ਹੈ। ਅਨੇਕਾਂ ਮਹਾਨ ਸੁਤੰਤਰਤਾ ਸੈਨਾਨੀਆਂ ਨੇ ਵੀਰਤਾ ਦੇ ਉਦਾਹਰਣ ਪੇਸ਼ ਕੀਤੇ ਤੇ ਰਾਸ਼ਟਰ ਜਾਗਰਣ ਦੀ ਮਿਸਾਲ ਅਗਲੀ ਪੀੜ੍ਹੀ ਦੇ ਹਵਾਲੇ ਕੀਤੀ। ਅਨੇਕਾਂ ਵੀਰ ਯੋਧਿਆਂ ਅਤੇ ਉਹਨਾਂ ਦੇ ਸੰਘਰਸ਼, ਖਾਸ ਕਰ ਕਿਸਾਨਾਂ ਅਤੇ ਆਦੀਵਾਸੀ ਸਮਾਜ ਦੇ ਵੀਰਾਂ ਦਾ ਯੋਗਦਾਨ ਇੱਕ ਲੰਬੇ ਸਮੇਂ ਤੱਕ ਸਮੁੱਚੀ ਚੇਤਨਾ ਤੋਂ ਬਾਹਰ ਰਿਹਾ ਹੈ। ਪਿਛਲੇ ਸਾਲ ਤੋਂ ਹਰ 15 ਨਵੰਬਰ ਨੂੰ ਜਨਜਾਤੀ ਗੌਰਵ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਸਰਕਾਰ ਦਾ ਫੈਸਲਾ ਸਵਾਗਤਯੋਗ ਹੈ। ਸਾਡੇ ਜਨਜਾਤੀ ਮਹਾਨਾਇਕ ਸਿਰਫ ਸਥਾਨਕ ਜਾਂ ਖੇਤਰੀ ਪ੍ਰਤੀਕ ਹੀ ਨਹੀਂ ਸਨ, ਸਗੋਂ ਉਹ ਪੂਰੇ ਦੇਸ਼ ਲਈ ਪ੍ਰੇਰਣਾ ਦਾ ਸਰੋਤ ਨੇ।
ਪਿਆਰੇ ਦੇਸ਼ਵਾਸੀਓ, ਇੱਕ ਰਾਸ਼ਟਰ ਲਈ ਖਾਸ ਤੌਰ 'ਤੇ ਭਾਰਤ ਵਰਗੇ ਪ੍ਰਾਚੀਨ ਦੇਸ਼ ਦੇ ਲੰਬੇ ਇਤਿਹਾਸ ਵਿੱਚ 75 ਵਰ੍ਹਿਆਂ ਦਾ ਸਮਾਂ ਬਹੁਤ ਛੋਟਾ ਜਾਪਦਾ ਏ। ਪਰ ਜ਼ਾਤੀ ਤੌਰ 'ਤੇ ਇਹ ਦੌਰ ਇੱਕ ਜੀਵਨ ਯਾਤਰਾ ਵਰਗਾ ਏ। ਸਾਡੇ ਬਜ਼ੁਰਗ ਨਾਗਰਿਕਾਂ ਨੇ ਆਪਣੇ ਜੀਵਨ ਕਾਲ ਵਿੱਚ ਅਦਭੁਤ ਤਬਦੀਲੀਆਂ ਵੇਖੀਆਂ ਨੇ। ਉਹ ਗਵਾਹ ਨੇ ਕਿ ਕਿਵੇਂ ਆਜ਼ਾਦੀ ਤੋਂ ਬਾਅਦ ਸਾਰੀਆਂ ਪੀੜ੍ਹੀਆਂ ਨੇ ਸਖਤ ਮਿਹਨਤ ਕੀਤੀ, ਵਿਸ਼ਾਲ ਚੁਣੌਤੀਆਂ ਦਾ ਸਾਹਮਣਾ ਕੀਤਾ ਤੇ ਆਪਣੇ ਆਪ ਤਕਦੀਰ ਨਿਰਮਾਤਾ ਬਣੇ। ਇਸ ਦੌਰ ਵਿੱਚ ਅਸੀਂ ਜੋ ਕੁਝ ਸਿੱਖਿਆ ਏ ਉਹ ਸਭ ਲਾਹੇਵੰਦ ਸਾਬਿਤ ਹੋਏਗਾ, ਕਿਉਂਕਿ ਅਸੀਂ ਰਾਸ਼ਟਰ ਦੀ ਯਾਤਰਾ 'ਚ ਇੱਕ ਇਤਿਹਾਸਿਕ ਪੜਾਅ ਵੱਲ ਅੱਗੇ ਵਧ ਰਹੇ ਹਾਂ। ਅਸੀਂ ਸਾਰੇ 2047 ਵਿੱਚ ਆਜ਼ਾਦੀ ਦੇ ਸ਼ਤਾਬਦੀ ਸਮਾਰੋਹ ਤੱਕ ਦੀ 25 ਵਰ੍ਹਿਆਂ ਦੇ ਭਾਰਤ ਦੇ ਅੰਮ੍ਰਿਤ ਕਾਲ 'ਚ ਪ੍ਰਵੇਸ਼ ਕਰਨ ਜਾ ਰਹੇ ਹਾਂ। ਸਾਡਾ ਸੰਕਲਪ ਹੈ ਕਿ ਸਾਲ 2047 ਤੱਕ ਅਸੀਂ ਆਪਣੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਪੂਰੀ ਤਰ੍ਹਾਂ ਸਾਕਾਰ ਕਰ ਲਵਾਂਗੇ। ਇਸੇ ਦੌਰ ਵਿੱਚ ਅਸੀਂ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੀ ਅਗਵਾਈ ਵਿੱਚ ਸੰਵਿਧਾਨ ਦਾ ਨਿਰਮਾਣ ਕਰਨ ਵਾਲੀਆਂ ਮਹਾਨ ਸ਼ਖਸੀਅਤਾਂ ਦੇ ਵਿਜ਼ਨ ਨੂੰ ਸਾਕਾਰ ਕਰ ਚੁੱਕੇ ਹੋਵਾਂਗੇ। ਇੱਕ ਆਤਮ ਨਿਰਭਰ ਭਾਰਤ ਦੇ ਨਿਰਮਾਣ ਲਈ ਤਾਂ ਅਸੀਂ ਪਹਿਲਾਂ ਤੋਂ ਹੀ ਤਿਆਰ ਹਾਂ। ਉਹ ਇੱਕ ਅਜਿਹਾ ਭਾਰਤ ਹੋਏਗਾ ਜੋ ਆਪਣੀਆਂ ਸੰਭਾਵਨਾਵਾਂ ਨੂੰ ਸਾਕਾਰ ਕਰ ਚੁੱਕਿਆ ਹੋਏਗਾ। ਦੁਨੀਆ ਨੇ ਹਾਲ ਦੇ ਵਰ੍ਹਿਆਂ 'ਚ ਇੱਕ ਨਵੇਂ ਭਾਰਤ ਨੂੰ ਉੱਭਰਦਿਆਂ ਵੇਖਿਆ ਏ, ਖਾਸ ਕਰ ਕੋਵਿਡ-19 ਦੇ ਪ੍ਰਕੋਪ ਤੋਂ ਬਾਅਦ। ਇਸ ਮਹਾਮਾਰੀ ਦਾ ਸਾਹਮਣਾ ਅਸੀਂ ਜਿਸ ਤਰ੍ਹਾਂ ਕੀਤਾ ਏ, ਉਸ ਦੀ ਸਭ ਪਾਸੇ ਸ਼ਲਾਘਾ ਕੀਤੀ ਗਈ ਏ। ਅਸੀਂ ਦੇਸ਼ ਵਿੱਚ ਹੀ ਬਣੀ ਵੈਕਸੀਨ ਦੇ ਨਾਲ ਮਨੁੱਖੀ ਇਤਿਹਾਸ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ। ਪਿਛਲੇ ਮਹੀਨੇ ਅਸੀਂ 200 ਕਰੋੜ ਵੈਕਸੀਨ ਕਵਰੇਜ ਦਾ ਆંકੜਾ ਪਾਰ ਕਰ ਲਿਆ ਏ। ਇਸ ਮਹਾਮਾਰੀ ਦਾ ਸਾਹਮਣਾ ਕਰਨ ਵਿੱਚ ਸਾਡੀਆਂ ਪ੍ਰਾਪਤੀਆਂ ਦੁਨੀਆ ਦੇ ਅਨੇਕ ਵਿਕਸਿਤ ਦੇਸ਼ਾਂ ਨਾਲੋਂ ਜ਼ਿਆਦਾ ਰਹੀਆਂ ਨੇ। ਇਸ ਕਾਬਲੇ ਤਾਰੀਫ ਉਪਲਬਧੀ ਲਈ ਅਸੀਂ ਆਪਣੇ ਵਿਗਿਆਨੀਆਂ, ਡਾਕਟਰਾਂ, ਨਰਸਾਂ, ਪੈਰਾਮੈਡਿਕਸ ਅਤੇ ਟੀਕਾਕਰਨ ਨਾਲ ਜੁੜੇ ਕਰਮਚਾਰੀਆਂ ਦੇ ਸ਼ੁਕਰਗੁਜ਼ਾਰ ਹਾਂ। ਇਸ ਮੁਸੀਬਤ 'ਚ ਕਰੋਨਾ ਯੋਧਿਆਂ ਦੁਆਰਾ ਕੀਤਾ ਗਿਆ ਯੋਗਦਾਨ ਵਿਸ਼ੇਸ਼ ਰੂਪ ਨਾਲ ਪ੍ਰਸ਼ੰਸਾਯੋਗ ਹੈ। ਕਰੋਨਾ ਮਹਾਮਾਰੀ ਨੇ ਪੂਰੇ ਸੰਸਾਰ ਵਿੱਚ ਮਨੁੱਖੀ ਜੀਵਨ ਅਤੇ ਅਰਥ ਵਿਵਸਥਾਵਾਂ 'ਤੇ ਸਖਤ ਹਮਲਾ ਕੀਤਾ ਏ। ਜਦੋਂ ਦੁਨੀਆ ਇਸ ਗੰਭੀਰ ਸੰਕਟ ਦੇ ਆਰਥਿਕ ਨਤੀਜਿਆਂ ਨਾਲ ਜੂਝ ਰਹੀ ਸੀ, ਉਦੋਂ ਭਾਰਤ ਨੇ ਖੁਦ ਨੂੰ ਸੰਭਾਲਿਆ ਤੇ ਹੁਣ ਮੁੜ ਤੇਜ਼ ਰਫ਼ਤਾਰ ਨਾਲ ਅੱਗੇ ਵਧਣ ਲੱਗ ਗਿਆ ਏ। ਇਸ ਵੇਲੇ ਭਾਰਤ ਦੁਨੀਆ 'ਚ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਪ੍ਰਮੁੱਖ ਅਰਥ ਵਿਵਸਥਾਵਾਂ 'ਚੋਂ ਇੱਕ ਹੈ। ਭਾਰਤ ਦੇ ਸਟਾਰਟਅਪ ਈਕੋਸਿਸਟਮ ਦਾ ਦੁਨੀਆ 'ਚ ਉੱਚਾ ਥਾਂ ਏ। ਸਾਡੇ ਦੇਸ਼ ਵਿੱਚ ਸਟਾਰਟਅਪਸ ਦੀ ਸਫਲਤਾ, ਖਾਸ ਕਰ ਯੂਨੀਕੌਰਨਸ ਦੀ ਵਧ ਰਹੀ ਗਿਣਤੀ, ਸਾਡੀ ਉਦਯੋਗਿਕ ਤਰੱਕੀ ਦਾ ਸ਼ਾਨਦਾਰ ਉਦਾਹਰਣ ਹੈ। ਸੰਸਾਰ ਵਿੱਚ ਚੱਲ ਰਹੀ ਆਰਥਿਕ ਮੁਸ਼ਕਿਲ ਤੋਂ ਉਲਟ ਭਾਰਤ ਦੀ ਅਰਥ ਵਿਵਸਥਾ ਨੂੰ ਅੱਗੇ ਵਧਾਉਣ ਦਾ ਸਿਹਰਾ ਸਰਕਾਰ ਅਤੇ ਨੀਤੀ ਨਿਰਮਾਤਾਵਾਂ ਦੇ ਸਿਰ ਵੱਜਦਾ ਏ। ਪਿਛਲੇ ਕੁਝ ਵਰ੍ਹਿਆਂ ਦੌਰਾਨ ਫਿਜ਼ੀਕਲ ਅਤੇ ਡਿਜੀਟਲ ਇਨਫਰਾਸਟ੍ਰਕਚਰ ਦੇ ਵਿਕਾਸ ਵਿੱਚ ਸ਼ਾਨਦਾਰ ਤਰੱਕੀ ਹੋਈ ਏ। ਪ੍ਰਧਾਨ ਮੰਤਰੀ ਗਤੀ ਸ਼ਕਤੀ ਯੋਜਨਾ ਦੇ ਦੁਆਰਾ ਕਨੈਕਟੀਵਿਟੀ ਨੂੰ ਬਿਹਤਰ ਬਣਾਇਆ ਜਾ ਰਿਹਾ ਏ। ਆਵਾਜਾਈ ਦੇ ਜਲ, ਥਲ, ਹਵਾ ਆਦਿ 'ਤੇ ਆਧਾਰਿਤ ਸਾਰੇ ਸਾਧਨਾਂ ਨੂੰ ਚੰਗੀ ਤਰ੍ਹਾਂ ਇੱਕ ਦੂਜੇ ਦੇ ਨਾਲ ਜੋੜ ਕੇ ਪੂਰੇ ਦੇਸ਼ ਵਿੱਚ ਆਵਾਜਾਈ ਨੂੰ ਸੁਖਾਲਾ ਬਣਾਇਆ ਜਾ ਰਿਹਾ ਏ। ਤਰੱਕੀ ਦੇ ਪ੍ਰਤੀ ਸਾਡੇ ਦੇਸ਼ ਵਿੱਚ ਦਿਖਾਈ ਦੇ ਰਹੇ ਉਤਸ਼ਾਹ ਦਾ ਸਿਹਰਾ ਸਖਤ ਮਿਹਨਤ ਕਰਨ ਵਾਲੇ ਸਾਡੇ ਕਿਸਾਨ ਅਤੇ ਮਜ਼ਦੂਰ ਭੈਣ ਭਰਾਵਾਂ ਨੂੰ ਵੀ ਜਾਂਦਾ ਏ। ਨਾਲ ਹੀ ਕਾਰੋਬਾਰ ਦੀ ਸੂਝ-ਬੂਝ ਨਾਲ ਦੌਲਤ ਕਮਾਉਣ ਵਾਲੇ ਸਾਡੇ ਉਦਮੀਆਂ ਨੂੰ ਵੀ ਜਾਂਦਾ ਏ। ਸਭ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੇ ਦੇਸ਼ ਦਾ ਆਰਥਿਕ ਵਿਕਾਸ ਹੋਰ ਜ਼ਿਆਦਾ ਸਮਾਵੇਸ਼ੀ ਹੁੰਦਾ ਜਾ ਰਿਹਾ ਏ ਤੇ ਖੇਤਰੀ ਅਸਮਾਨਤਾਵਾਂ ਵੀ ਘੱਟ ਹੋ ਰਹੀਆਂ ਨੇ। ਪਰ ਇਹ ਤਾਂ ਸਿਰਫ ਸ਼ੁਰੂਆਤ ਹੀ ਏ। ਦੂਰਗਾਮੀ ਨਤੀਜਿਆਂ ਵਾਲੇ ਸੁਧਾਰਾਂ ਅਤੇ ਨੀਤੀਆਂ ਦੁਆਰਾ ਇਹਨਾਂ ਤਬਦੀਲੀਆਂ ਦੀ ਆਧਾਰ ਭੂਮੀ ਪਹਿਲਾਂ ਤੋਂ ਹੀ ਤਿਆਰ ਕੀਤੀ ਜਾ ਰਹੀ ਸੀ। ਉਦਾਹਰਨ ਦੇ ਲਈ, ਡਿਜੀਟਲ ਇੰਡੀਆ ਮੁਹਿੰਮ ਦੁਆਰਾ ਗਿਆਨ 'ਤੇ ਆਧਾਰਿਤ ਅਰਥ ਵਿਵਸਥਾ ਦਾ ਨੀਂਹ ਪੱਥਰ ਸਥਾਪਿਤ ਕੀਤਾ ਜਾ ਰਿਹਾ ਹੈ। ਰਾਸ਼ਟਰੀ ਸਿੱਖਿਆ ਨੀਤੀ ਦਾ ਉਦੇਸ਼ ਆਉਣ ਵਾਲੀ ਪੀੜ੍ਹੀ ਨੂੰ ਉਦਯੋਗਿਕ ਕ੍ਰਾਂਤੀ ਦੇ ਅਗਲੇ ਪੜਾਅ ਲਈ ਤਿਆਰ ਕਰਨਾ ਏ ਤੇ ਉਹਨਾਂ ਨੂੰ ਸਾਡੀ ਵਿਰਾਸਤ ਨਾਲ ਫਿਰ ਤੋਂ ਜੋੜਨਾ ਵੀ ਏ। ਆਰਥਿਕ ਤਰੱਕੀ ਨਾਲ ਦੇਸ਼ ਵਾਸੀਆਂ ਦਾ ਜੀਵਨ ਹੋਰ ਵੀ ਸੌਖਾ ਹੁੰਦਾ ਜਾ ਰਿਹਾ ਏ। ਆਰਥਿਕ ਸੁਧਾਰਾਂ ਦੇ ਨਾਲ-ਨਾਲ ਲੋਕ ਕਲਿਆਣ ਲਈ ਨਵੇਂ ਕਦਮ ਵੀ ਚੁੱਕੇ ਜਾ ਰਹੇ ਨੇ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਸਹਾਇਤਾ ਨਾਲ ਗਰੀਬ ਕੋਲ ਆਪਣਾ ਘਰ ਹੋਣਾ ਹੁਣ ਇੱਕ ਸੁਪਨਾ ਨਹੀਂ ਰਹਿ ਗਿਆ, ਸਗੋਂ ਸੱਚਾਈ ਦਾ ਰੂਪ ਲੈ ਚੁੱਕਾ ਏ। ਇਸੇ ਤਰ੍ਹਾਂ ਜਲ ਜੀਵਨ ਮਿਸ਼ਨ ਦੇ ਤਹਿਤ ਹਰ ਘਰ ਜਲ ਯੋਜਨਾ 'ਤੇ ਕੰਮ ਚੱਲ ਰਿਹਾ ਏ। ਇਹਨਾਂ ਉਪਰਾਲਿਆਂ ਦਾ ਅਤੇ ਇਸੇ ਤਰ੍ਹਾਂ ਦੇ ਦੂਜੇ ਯਤਨਾਂ ਦਾ ਉਦੇਸ਼ ਸਾਰਿਆਂ ਨੂੰ, ਖਾਸ ਕਰ ਗਰੀਬਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣਾ ਏ। ਭਾਰਤ ਵਿੱਚ ਅੱਜ ਸੰਵੇਦਨਸ਼ੀਲਤਾ ਅਤੇ ਕਰੁਣਾ ਦੀਆਂ ਜੀਵਨ ਕਦਰਾਂ ਕੀਮਤਾਂ ਨੂੰ ਅਹਿਮੀਅਤ ਦਿੱਤੀ ਜਾ ਰਹੀ ਏ। ਇਹਨਾਂ ਜੀਵਨ ਕਦਰਾਂ ਕੀਮਤਾਂ ਦਾ ਮੁੱਖ ਉਦੇਸ਼ ਸਾਡੇ ਵੰਚਿਤ, ਜ਼ਰੂਰਤਮੰਦ ਅਤੇ ਸਮਾਜ ਦੇ ਹਾਸ਼ੀਏ 'ਤੇ ਰਹਿਣ ਵਾਲੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਏ। ਸਾਡੇ ਰਾਸ਼ਟਰੀ ਮੁੱਲਾਂ ਨੂੰ
ਨਾਗਰਿਕਾਂ ਦੇ ਮੁੱਢਲੇ ਕਰਤੱਵਾਂ ਦੇ ਰੂਪ ਵਿੱਚ ਭਾਰਤ ਦੇ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਹੈ। ਦੇਸ਼ ਦੇ ਹਰੇਕ ਨਾਗਰਿਕ ਨੂੰ ਮੇਰੀ ਅਪੀਲ ਹੈ ਕਿ ਉਹ ਆਪਣੇ ਮੁੱਢਲੇ ਕਰਤੱਵਾਂ ਨੂੰ ਜਾਣਨ, ਉਹਨਾਂ ਦੀ ਪਾਲਣਾ ਕਰਨ, ਜਿਸ ਨਾਲ ਸਾਡਾ ਰਾਸ਼ਟਰ ਨਵੀਆਂ ਬੁਲੰਦੀਆਂ ਨੂੰ ਛੂਹ ਸਕੇ। ਪਿਆਰੇ ਦੇਸ਼ਵਾਸੀਓ, ਅੱਜ ਦੇਸ਼ ਵਿੱਚ ਸਿਹਤ, ਸਿੱਖਿਆ ਅਤੇ ਅਰਥ ਵਿਵਸਥਾ ਅਤੇ ਇਹਨਾਂ ਨਾਲ ਜੁੜੇ ਹੋਰ ਖੇਤਰਾਂ 'ਚ ਜੋ ਵੀ ਚੰਗੇ ਬਦਲਾਅ ਨਜ਼ਰ ਆ ਰਹੇ ਨੇ, ਉਹਨਾਂ ਦੇ ਮੂਲ ਵਿੱਚ ਸੁਸ਼ਾਸਨ 'ਤੇ ਖਾਸ ਜ਼ੋਰ ਦਿੱਤੇ ਜਾਣ ਦੀ ਵਿਸ਼ੇਸ਼ ਭੂਮਿਕਾ ਹੈ। ਜਦੋਂ ਰਾਸ਼ਟਰ ਸਭ ਤੋਂ ਉੱਤੇ ਦੀ ਭਾਵਨਾ ਨਾਲ ਕੰਮ ਕੀਤਾ ਜਾਂਦਾ ਹੈ ਤਾਂ ਉਸ ਦਾ ਅਸਰ ਹਰ ਫੈਸਲੇ ਅਤੇ ਕਾਰਜ ਖੇਤਰ 'ਚ ਦਿਖਾਈ ਦਿੰਦਾ ਹੈ। ਇਹ ਬਦਲਾਅ ਸੰਸਾਰਿਕ ਭਾਈਚਾਰੇ ਅੰਦਰ ਭਾਰਤ ਦੀ ਪ੍ਰਤਿਸ਼ਠਾ 'ਚ ਵੀ ਦਿਖਾਈ ਦੇ ਰਿਹਾ ਹੈ। ਭਾਰਤ ਦੇ ਨਵੇਂ ਆਤਮ ਵਿਸ਼ਵਾਸ ਦਾ ਸਰੋਤ ਦੇਸ਼ ਦੇ ਨੌਜਵਾਨ, ਕਿਸਾਨ ਅਤੇ ਸਭ ਤੋਂ ਵੱਧ ਕੇ ਦੇਸ਼ ਦੀਆਂ ਮਹਿਲਾਵਾਂ ਨੇ। ਹੁਣ ਦੇਸ਼ ਵਿੱਚ ਇਸਤਰੀ ਪੁਰਸ਼ ਦੇ ਆਧਾਰ 'ਤੇ ਅਸਮਾਨਤਾ ਘੱਟ ਹੋ ਰਹੀ ਹੈ। ਮਹਿਲਾਵਾਂ ਅਨੇਕਾਂ ਰੂੜੀਵਾਦੀ ਰੁਕਾਵਟਾਂ ਅਤੇ ਹੋਰ ਔਂਕੜਾਂ ਨੂੰ ਪਾਰ ਕਰਦੀਆਂ ਹੋਈਆਂ ਅੱਗੇ ਵਧ ਰਹੀਆਂ ਨੇ। ਸਮਾਜਿਕ ਅਤੇ ਰਾਜਨੀਤਿਕ ਗਤੀਵਿਧੀਆਂ 'ਚ ਉਹਨਾਂ ਦੀ ਵੱਧਦੀ ਹਿੱਸੇਦਾਰੀ ਫੈਸਲਾਕੁੰਨ ਸਾਬਿਤ ਹੋਏਗੀ। ਅੱਜ ਸਾਡੀਆਂ ਪੰਚਾਇਤੀ ਰਾਜ ਸੰਸਥਾਵਾਂ 'ਚ ਚੁਣੀਆਂ ਗਈਆਂ ਮਹਿਲਾ ਪ੍ਰਤੀਨਿਧੀਆਂ ਦੀ ਗਿਣਤੀ 14 ਲੱਖ ਤੋਂ ਕਿਤੇ ਜ਼ਿਆਦਾ ਹੈ। ਸਾਡੇ ਦੇਸ਼ ਦੀਆਂ ਬਹੁਤੀਆਂ ਉਮੀਦਾਂ ਸਾਡੀਆਂ ਬੇਟੀਆਂ 'ਤੇ ਟਿਕੀਆਂ ਹੋਈਆਂ ਨੇ। ਉਚਿਤ ਅਤੇ ਸਹੀ ਮੌਕਾ ਮਿਲਣ 'ਤੇ ਉਹ ਸ਼ਾਨਦਾਰ ਸਫਲਤਾ ਹਾਸਲ ਕਰ ਸਕਦੀਆਂ ਨੇ। ਕਈ ਬੇਟੀਆਂ ਨੇ ਹੁਣੇ ਹੀ ਖਤਮ ਹੋਈਆਂ ਰਾਸ਼ਟਰਮੰਡਲ ਖੇਡਾਂ 'ਚ ਦੇਸ਼ ਦਾ ਮਾਣ ਵਧਾਇਆ ਹੈ। ਸਾਡੇ ਖਿਡਾਰੀ ਦੂਜੇ ਅੰਤਰਰਾਸ਼ਟਰੀ ਮੁਕਾਬਲਿਆਂ 'ਚ ਵੀ ਦੇਸ਼ ਦਾ ਨਾਂ ਗੌਰਵ ਨਾਲ ਉੱਚਾ ਕਰ ਰਹੇ ਨੇ। ਸਾਡੇ ਬਹੁਤ ਸਾਰੇ ਵਿਜੇਤਾ ਸਮਾਜ ਦੇ ਵੰਚਿਤ ਤਬਕਿਆਂ 'ਚੋਂ ਆਉਂਦੇ ਨੇ। ਸਾਡੀਆਂ ਬੇਟੀਆਂ ਫਾਈਟਰ ਪਾਇਲਟ ਤੋਂ ਲੈ ਕੇ ਸਪੇਸ ਸਾਇੰਟਿਸਟ ਹੋਣ ਤੱਕ ਹਰ ਖੇਤਰ ਵਿੱਚ ਆਪਣਾ ਝੰਡਾ ਲਹਿਰਾ ਰਹੀਆਂ ਨੇ। ਪਿਆਰੇ ਦੇਸ਼ਵਾਸੀਓ, ਜਦੋਂ ਅਸੀਂ ਆਜ਼ਾਦੀ ਦਿਹਾੜਾ ਮਨਾਉਂਦੇ ਹਾਂ ਤਾਂ ਅਸਲ ਵਿੱਚ ਅਸੀਂ ਆਪਣੀ ਭਾਰਤੀਅਤਾ ਦਾ ਉਤਸਵ ਮਨਾਉਂਦੇ ਹਾਂ। ਸਾਡਾ ਭਾਰਤ ਅਨੇਕ ਵਿਭਿੰਨਤਾਵਾਂ ਨਾਲ ਭਰਿਆ ਦੇਸ਼ ਹੈ, ਪਰ ਇਸ ਵਿਭਿੰਨਤਾ ਦੇ ਨਾਲ ਹੀ ਸਾਡੇ ਸਾਰਿਆਂ 'ਚ ਕੁਝ ਨਾ ਕੁਝ ਅਜਿਹਾ ਹੈ ਜੋ ਇੱਕੋ ਜਿਹਾ ਹੈ। ਇਹੀ ਸਮਾਨਤਾ ਸਾਨੂੰ ਸਾਰੇ ਦੇਸ਼ਵਾਸੀਆਂ ਨੂੰ ਇੱਕ ਲੜੀ ਵਿੱਚ ਪਰੋਂਦੀ ਏ ਤੇ ਇੱਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨਾਲ ਅੱਗੇ ਵਧਣ ਦੇ ਲਈ ਪ੍ਰੇਰਿਤ ਕਰਦੀ ਏ। ਭਾਰਤ ਆਪਣੇ ਪਹਾੜਾਂ, ਨਦੀਆਂ, ਝੀਲਾਂ ਅਤੇ ਜੰਗਲਾਂ ਅਤੇ ਉਹਨਾਂ ਖੇਤਰਾਂ 'ਚ ਰਹਿਣ ਵਾਲੇ ਜੀਵ ਜੰਤੂਆਂ ਦੇ ਕਾਰਨ ਹੀ ਬੇਹੱਦ ਆਕਰਸ਼ਕ ਹੈ। ਅੱਜ ਜਦੋਂ ਸਾਡੇ ਵਾਤਾਵਰਣ ਦੇ ਸਾਹਮਣੇ ਨਵੀਆਂ ਚੁਣੌਤੀਆਂ ਆ ਰਹੀਆਂ ਨੇ, ਉਦੋਂ ਸਾਨੂੰ ਭਾਰਤ ਦੀ ਸੁੰਦਰਤਾ ਨਾਲ ਜੁੜੀ ਹਰ ਚੀਜ਼ ਦੀ ਦ੍ਰਿੜਤਾ ਨਾਲ ਸੰਭਾਲ ਕਰਨੀ ਚਾਹੀਦੀ ਹੈ। ਪਾਣੀ, ਮਿੱਟੀ ਅਤੇ ਜੈਵਿਕ ਵਿਭਿੰਨਤਾ ਦੀ ਸੰਭਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਪ੍ਰਤੀ ਸਾਡਾ ਫਰਜ਼ ਹੈ। ਕੁਦਰਤੀ ਦੇਖਭਾਲ ਮਾਂ ਵਾਂਗ ਕਰਨਾ ਸਾਡੀ ਭਾਰਤੀ ਸੱਭਿਆਚਾਰ ਦਾ ਅਟੁੱਟ ਅੰਗ ਰਿਹਾ ਹੈ। ਅਸੀਂ ਭਾਰਤ ਵਾਸੀ ਆਪਣੀ ਪਰੰਪਰਾਵਾਦੀ ਜੀਵਨ ਸ਼ੈਲੀ ਨਾਲ ਪੂਰੀ ਦੁਨੀਆ ਨੂੰ ਸਹੀ ਰਾਹ ਵਿਖਾ ਸਕਦੇ ਹਾਂ। ਯੋਗ ਅਤੇ ਆਯੁਰਵੇਦ ਸੰਸਾਰਿਕ ਭਾਈਚਾਰੇ ਨੂੰ ਭਾਰਤ ਦਾ ਅਨਮੋਲ ਤੋਹਫਾ ਹੈ, ਜਿਸ ਦੀ ਪ੍ਰਸਿੱਧੀ ਪੂਰੀ ਦੁਨੀਆ 'ਚ ਲਗਾਤਾਰ ਵਧ ਰਹੀ ਹੈ। ਪਿਆਰੇ ਦੇਸ਼ਵਾਸੀਓ, ਸਾਡੇ ਕੋਲ ਜੋ ਕੁਝ ਵੀ ਹੈ ਉਹ ਸਾਡੀ ਮਾਤ ਭੂਮੀ ਦਾ ਦਿੱਤਾ ਹੋਇਆ ਹੈ। ਇਸ ਲਈ ਸਾਨੂੰ ਆਪਣੇ ਦੇਸ਼ ਦੀ ਸੁਰੱਖਿਆ, ਉੱਨਤੀ ਅਤੇ ਖੁਸ਼ਹਾਲੀ ਲਈ ਆਪਣਾ ਸਭ ਕੁਝ ਅਰਪਣ ਕਰ ਦੇਣ ਦਾ ਸੰਕਲਪ ਲੈਣਾ ਚਾਹੀਦਾ ਹੈ। ਸਾਡੀ ਹੋਂਦ ਦੀ ਸਾਰਥਕਤਾ ਇੱਕ ਮਹਾਨ ਭਾਰਤ ਦੇ ਨਿਰਮਾਣ ਵਿੱਚ ਹੀ ਦਿਖਾਈ ਦੇਗੀ। ਕੰਨੜ ਭਾਸ਼ਾ ਦੇ ਮਾਧਿਅਮ ਨਾਲ ਭਾਰਤੀ ਸਾਹਿਤ ਨੂੰ ਸਮਰਿੱਧ ਕਰਨ ਵਾਲੇ ਮਹਾਨ ਰਾਸ਼ਟਰਵਾਦੀ ਕਵੀ ਕੁਵੇਂਪੂ ਨੇ ਕਿਹਾ ਹੈ, ਨਾਨੂ ਅਲਿਵੇ ਨੀਨੂ ਅਲਿਵੇ ਨੰਮਾ ਏਲੂ ਬੁਗਲ ਮੇਲੇ ਮੁਡੂ ਵੁਦੂ ਨਵ ਭਾਰਤ ਦਾ ਲੀਲੇ। ਯਾਨੀ ਮੈਂ ਨਹੀਂ ਰਹਾਂਗਾ, ਨਾ ਰਹੋਗੇ ਤੁਸੀਂ, ਪਰੰਤੂ ਸਾਡੀਆਂ ਅਸਥੀਆਂ 'ਤੇ ਉਦਿਤ ਹੋਏਗੀ ਨਵੇਂ ਭਾਰਤ ਦੀ ਮਹਾਂਗਾਥਾ। ਉਸ ਰਾਸ਼ਟਰਵਾਦੀ ਕਵੀ ਦਾ ਇਹ ਸਪਸ਼ਟ ਸੱਦਾ ਹੈ ਕਿ ਮਾਤ ਭੂਮੀ ਅਤੇ ਦੇਸ਼ਵਾਸੀਆਂ ਦੀ ਉੱਨਤੀ ਲਈ ਸਭ ਕੁਝ ਵਾਰ ਦੇਣਾ ਸਾਡਾ ਆਦਰਸ਼ ਹੋਣਾ ਚਾਹੀਦਾ ਹੈ। ਇਹਨਾਂ ਆਦਰਸ਼ਾਂ ਨੂੰ ਅਪਣਾਉਣ ਲਈ ਮੈਂ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਵਿਸ਼ੇਸ਼ ਅਪੀਲ ਕਰਦੀ ਹਾਂ। ਇਹ ਨੌਜਵਾਨ ਹੀ 2047 ਦੇ ਭਾਰਤ ਦਾ ਨਿਰਮਾਣ ਕਰਨਗੇ। ਆਪਣਾ ਸੰਬੋਧਨ ਸਮਾਪਤ ਕਰਨ ਤੋਂ ਪਹਿਲਾਂ ਮੈਂ ਭਾਰਤ ਦੇ ਹਥਿਆਰਬੰਦ ਬਲਾਂ, ਵਿਦੇਸ਼ਾਂ 'ਚ ਸਥਿਤ ਭਾਰਤੀ ਮਿਸ਼ਨਾਂ ਅਤੇ ਆਪਣੀ ਮਾਤ ਭੂਮੀ ਨੂੰ ਮਾਣ ਬਖਸ਼ਣ ਵਾਲੇ ਪ੍ਰਵਾਸੀ ਭਾਰਤੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦੀ ਹਾਂ। ਮੈਂ ਸਾਰੇ ਦੇਸ਼ਵਾਸੀਆਂ ਦੇ ਸੁਖਦ ਅਤੇ ਮੰਗਲਮਈ ਜੀਵਨ ਲਈ ਸ਼ੁਭਕਾਮਨਾਵਾਂ ਦਿੰਦੀ ਹਾਂ। ਧੰਨਵਾਦ। ਜੈ ਹਿੰਦ।